ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਣ ਰਹੇ ਜੀ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਅੱਜ ਇਟਲੀ ਦੇ ਵਿੱਚ 3674 ਨਵਾਂ ਕੇਸ, 24 ਮਰੀਜ਼ਾਂ ਦੀ ਹੋਈ ਮੌਤ, 3477 ਟੋਟਲ ਮਰੀਜ਼ ਹੋਏ ਠੀਕ ਅਤੇ 1,28,696 ਟੋਟਲ ਇਟਲੀ ਦੇ ਵਿੱਚ ਪੋਜ਼ਿਟਿਵ ਬੰਦਾ ਮੌਜੂਦ ਹੈ। 404 ਇਹਨਾਂ ਦੇ ਵਿੱਚੋਂ ICU ਦੇ ਵਿੱਚ ਨੇ। 3334 ਕੋਵਿਡ ਦੇ ਸਿੰਪਟਮ ਦੇ ਨਾਲ ਹਸਪੀਟਲਾਂ ਦੇ ਵਿੱਚ, 1,24,958 ਘਰਾਂ ਦੇ ਵਿੱਚ ਕੁਆਰੰਟਾਈਨ ਕੀਤੇ ਗਏ ਨੇ। ਉਧਰ ਹੀ ਟੈਸਟ 74,021 ਕੀਤਾ ਗਿਆ। 400 ਦੀ ਪੋਜ਼ੀਟਿਵਿਟੀ 4.96 ਸੀ। ਸਿਚੀਲੀਆ, ਤੋਸਕਾਨਾ, ਈਮੀਲੀਆ ਰੋਮਾਨੀਆ, ਲਾਤਸੀਓ ਅਤੇ ਵੇਨੇਤੋ ਵਿੱਚ ਸਭ ਤੋਂ ਜ਼ਿਆਦਾ ਕੇਸ ਆਏ ਨੇ। ਸਿਚੀਲੀਆ ਦੇ ਵਿੱਚ 881, ਤੋਸਕਾਨਾ ਵਿੱਚ 527, ਈਮੀਲੀਆ ਰੋਮਾਨੀਆ ਦੇ ਵਿੱਚ 458, ਲਾਤਸੀਓ ਦੇ ਵਿੱਚ 419 ਅਤੇ ਵੇਨੇਤੋ ਵਿੱਚ 291 ਨਵਾਂ ਕੇਸ ਦਰਜ ਹੋਇਆ ਜੀ। ਗੱਲ ਕਰਦੇ ਹਾਂ ਜੀ ਸਭ ਤੋਂ ਖਾਸ ਨਿਊਜ਼ ਵੱਲ, ਸਭ ਤੋਂ ਮੇਨ ਨਿਊਜ਼ ਵੱਲ ਜਿਹੜੀ ਇਸ ਟਾਈਮ ਚੱਲ ਰਹੀ ਹੈ ਜੀ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨੀਆਂ ਨੇ ਆਪਣਾ ਕਬਜ਼ਾ ਕਰ ਲਿਆ ਜੀ। ਉੱਥੇ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਵੀ ਆਪਣਾ ਦੇਸ਼ ਛੱਡ ਕੇ ਦੌੜ ਗਏ ਨੇ। ਦੂਸਰੇ ਦੇਸ਼ਾਂ ਦੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਲੋਕ ਸੀ, ਉਹਨਾਂ ਨੂੰ ਆਪਣੇ ਕੰਟਰੀਆਂ ਦੇ ਵਿੱਚ ਵਾਪਸ ਜਾਣ ਦੇ ਲਈ ਜਿਹੜੀਆਂ ਫਲਾਈਟਾਂ ਚੱਲ ਰਹੀਆਂ ਸੀ, ਉਹਨਾਂ ਫਲਾਈਟਾਂ ਦੇ ਵਿੱਚ ਉੱਥੇ ਦੇ ਅਫਗਾਨਿਸਤਾਨ ਲੋਕੀ ਵੀ ਚੜ੍ਹ ਰਹੇ ਸਨ। ਗੋਲੀਆਂ ਵੀ ਚੱਲੀਆਂ, ਕਾਫੀ ਬੰਦਿਆਂ ਦੀ ਮੌਤ ਵੀ ਹੋ ਗਈ। ਇਹ ਜਹਾਜ਼ਾਂ ਦੇ ਵਿੱਚੋਂ ਜਿਹੜੇ ਬੰਦੇ, ਉੜਦੇ ਜਹਾਜ਼ਾਂ ਦੇ ਵਿੱਚੋਂ ਬੰਦਿਆਂ ਦੀ ਜਿਹੜੇ ਡਿੱਗਦੀਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੀ। ਉੱਧਰ ਹੀ ਜੇਕਰ ਗੱਲ ਕਰੀਏ ਅਲਬਾਨੀਆ, ਕੈਨੇਡਾ, ਜਰਮਨ, ਪਾਏਜੀ ਬਾਸੀ, ਇਹਨਾਂ ਨੇ ਜੀ ਇਹ ਜਿਹੜੇ ਦੇਸ਼ ਨੇ ਆਪਣੇ ਬਿਆਨਾਂ ਤੋਂ ਅਸੀਂ ਕਹਿ ਸਕਦੇ ਹਾਂ ਕਿ ਮੁੱਕਰਦੇ ਨਜ਼ਰ ਆ ਰਹੇ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਆਸਟਰੀਆ ਦੀ। ਆਸਟਰੀਆ ਨੇ ਜੀ ਆਪਣੇ ਸਾਫ਼ ਅੱਖਰਾਂ ਦੇ ਵਿੱਚ ਕਹਿ ਦਿੱਤਾ ਜੀ, ਕਹਿ ਰਹੇ ਨੇ ਕਿ ਅਫਗਾਨੀਆਂ ਦੀ ਹੀ ਜੇਕਰ ਗੱਲ ਕੀਤੀ ਜਾਵੇ, ਅਸੀਲ ਪ੍ਰੋਟੈਕਸ਼ਨ ਜੇਕਰ ਲੈਣਾ ਹੋਵੇ, ਇਹਨਾਂ ਨੇ ਅਜ਼ਾਇਲਮ ਕਰਾਉਣੀ ਹੋਵੇ, ਤਾਂ ਕਹਿ ਰਹੇ ਨੇ ਕਿ ਅਫਗਾਨਿਸਤਾਨ ਤੋਂ ਭੱਜਣ ਵਾਲੇ, ਅਫਗਾਨਿਸਤਾਨ ਤੋਂ ਜਾਣ ਵਾਲੇ ਜਿਹੜੇ ਉਹਨਾਂ ਦੇ ਸਭ ਤੋਂ ਨੇੜੇ ਦੇਸ਼ ਨੇ, ਉਹਨਾਂ ਦੇ ਵਿੱਚ ਹੀ ਜਾ ਕੇ ਉਹ ਆਪਣੀ ਜਿਹੜੀ ਰਿਕੁਐਸਟ ਦੀ ਜਿਹੜਾ ਪ੍ਰੋਟੈਕਸ਼ਨ, ਜਿਹੜੀ ਅਜ਼ੀਲ ਅਪਲਾਈ ਕਰਨ। ਉਹ ਜੇਕਰ ਅਸੀਂ ਗੱਲ ਜਰਮਨ, ਪਾਏਜੀ ਬਾਸੀ ਅਤੇ ਕੈਨੇਡਾ ਦੀ ਕਰੀਏ ਤਾਂ ਇਹਨਾਂ ਨੇ ਜਿਹੜੇ ਡਿਪੋਰਟ ਕਰਨੇ ਸੀ ਬੰਦੇ, ਤਕਰੀਬਨ ਜਰਮਨ ਦੀ ਗੱਲ ਕੀਤੀ ਜਾਵੇ ਤਾਂ 30,000 ਅਫਗਾਨੀ ਬੰਦਾ ਸੀ ਜਿਨ੍ਹਾਂ ਨੂੰ ਇਹ ਡਿਪੋਰਟ ਕਰਨ ਜਾ ਰਿਹਾ ਸੀ, ਜਿਨ੍ਹਾਂ ਨੂੰ ਸਜੋਰੋਂ ਨਹੀਂ ਮਿਲੀ ਸੀ, ਉਹਨਾਂ ਦੇ ਕੇਸ ਫੇਲ ਹੋ ਚੁੱਕੇ ਸਨ। ਜਰਮਨ ਨੇ ਫੈਸਲਾ ਲਿਆ ਕਿ ਉਹ 30,000 ਬੰਦਾ ਉੱਥੇ ਰੱਖ ਲੈਣਗੇ। ਦੂਸਰੇ ਜਿਹੜੇ ਨਵੇਂ ਬੰਦੇ ਆ, ਫਿਲਹਾਲ ਉਹਨਾਂ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ। ਜੇਕਰ ਗੱਲ ਅਸੀਂ ਪਾਏਜੀ ਬਾਸੀ ਦੀ ਕਰੀਏ ਤਾਂ ਉੱਥੇ ਵੀ ਤਕਰੀਬਨ 2,500 ਬੰਦਾ ਸੀਗਾ। ਉਹ ਕਹਿ ਰਹੇ ਨੇ ਕਿ ਅਸੀਂ ਇਹਨਾਂ ਨੂੰ ਨਹੀਂ ਭੇਜਦੇ। ਪਰ ਅਲਬਾਨੀਆ ਦੀ ਜੇਕਰ ਗੱਲ ਕਰੀਏ, ਅਲਬਾਨੀਆ ਕਹਿ ਰਿਹਾ ਜੀ ਕਿ ਮੈਂ ਕੁਛ ਕੁ 100, ਮਤਲਬ 200, 400, 500, 600, ਇਸ ਤੋਂ ਵੱਧ ਨਹੀਂ, ਕੁਛ ਕੁ ਬੰਦੇ ਮੈਂ ਰੱਖ ਸਕਦਾ ਕਿਉਂਕਿ ਨਾਟੋ ਵਿੱਚ ਇਨਵੋਲਵ ਹੋ ਚੁੱਕਾ ਹੈ ਜੀ। ਅਤੇ ਰੱਖਣ ਦਾ ਵੀ ਕਾਰਨ ਇਹ ਹੈ ਕਿ ਜਿਸ ਟਾਈਮ ਮਿਸ਼ਨ ਚੱਲ ਰਿਹਾ ਸੀ, ਉਹਨਾਂ ਦੇ ਅਲਬਾਨੀਆ ਨੇ ਆਪਣੇ ਬੰਦਿਆਂ ਨੂੰ ਵਾਪਸ ਬੁਲਾਉਣਾ ਸੀ। ਉੱਥੇ ਜਿਹੜੇ ਅਫਗਾਨੀ ਸੀਗੇ ਉਹਨਾਂ ਨੇ ਮਦਦ ਕੀਤੀ ਸੀ, ਜਿਸ ਕਾਰਨ ਮੈਂ ਜਿਹੜਾ ਆਪਣੇ ਬੰਦਿਆਂ ਨੂੰ ਇੱਥੇ ਕੁਛ ਟਾਈਮ ਲਈ ਟੈਂਪੋਰਲੀ ਰੱਖਾਂਗਾ। ਕਿਉਂਕਿ ਇਸ ਟਾਈਮ ਜਿੰਨੇ ਵੀ ਦੇਸ਼ ਨੇ, ਸਾਰਿਆਂ ਨੂੰ ਇਹ ਪਤਾ ਕਿ ਅਫਗਾਨਿਸਤਾਨ ਦੇ ਵਿੱਚੋਂ ਲੋਕ ਜਿਹੜੇ ਨੱਠ ਰਹੇ ਨੇ, ਦੌੜ ਰਹੇ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਨੂੰ ਤਾਂ ਕਿਸੇ ਨੂੰ ਤਾਂ ਹੈਲਪ ਦੇਣੀ ਹੀ ਪੈਣੀ ਆ, ਰਿਫਿਊਜੀ ਦੇਣੀ ਹੀ ਪੈਣੀ ਆ। ਹੁਣ ਨੋਰਮਲ ਜੀ ਗੱਲ ਆ, ਜਿਸ ਟਾਈਮ ਕੋਈ ਵੀ ਬੰਦਾ ਕਿਸੇ ਵੀ ਦੇਸ਼ ਵਿੱਚ ਭੱਜ ਕੇ ਜਾਂਦਾ ਹੈ ਤਾਂ ਉਹਨੂੰ ਉੱਥੋਂ ਕੱਢ ਨਹੀਂ ਸਕਦੇ, ਰਿਫਿਊਜੀ ਦੇਣੀ ਹੀ ਪੈਂਦੀ ਆ। ਪਰ ਇਸ ਟਾਈਮ ਦੇਖਦੇ ਹਾਂ ਜੀ ਕੀ ਹੁੰਦਾ, ਆਉਣ ਵਾਲੇ ਦਿਨਾਂ ਦੇ ਵਿੱਚ ਹੀ ਗੱਲ ਸਾਹਮਣੇ ਆਊਗੀ ਜੀ। ਉੱਧਰ ਜੇਕਰ ਅਸੀਂ ਆਊਟੋਸਟਰਾਦੇ ਦੀ ਗੱਲ ਕਰੀਏ, ਅੱਜ ਜਿਹੜਾ ਆਊਟੋਸਟਰਾਦਾ ਆਦੀਏਚ ਹੀ ਸੀਗਾ, ਜਿਹੜਾ ਵਾਰਾਸਾ ਤੋਂ ਪਰਾਂ ਤੱਕ ਜਾ ਰਿਹਾ ਸੀ, ਤਕਰੀਬਨ 13 ਤੋਂ 15 ਕਿਲੋਮੀਟਰ ਦੀਆਂ ਲਾਈਨਾਂ ਲੱਗੀਆਂ ਸਨ। ਸਵੇਰੇ 11 ਵਜੇ ਤੋਂ ਲਾਈਨ ਸ਼ੁਰੂ ਹੋ ਗਈ ਅਤੇ ਜਿਹੜੇ ਆਊਟੋਸਟਰਾਦੇ ਵਾਲੇ ਆ, ਜਿੰਨੀ ਲਾਈਨ ਲੱਗੀ ਸੀ, ਉਹਨਾਂ ਨੂੰ ਸਾਰਿਆਂ ਨੂੰ ਪਾਣੀ ਦੀਆਂ ਬੋਤਲਾਂ ਵੰਡਦੇ ਨਜ਼ਰ ਆਏ ਨੇ ਜੀ। ਰਗੂਜ਼ਾ ਦੇ ਵਿੱਚ ਰਾਤੀ 12 ਵਜੇ ਇੱਕ ਬੰਦੇ ਦਾ ਰਾਤ ਨੂੰ 12 ਵਜੇ ਐਕਸੀਡੈਂਟ ਹੁੰਦਾ ਜੀ, ਜੋ ਕਿ 16 ਤਰੀਕ ਨੂੰ ਜਿਹਦਾ ਵਿਆਹ ਸੀਗਾ। ਤਕਰੀਬਨ ਜਿਸ ਟਾਈਮ ਐਕਸੀਡੈਂਟ ਹੁੰਦਾ ਉਹਦਾ ਰਾਤ ਦਾ ਟਾਈਮ ਦੱਸਿਆ ਜਾ ਰਿਹਾ, ਜਿਹੜੀ ਮੌਤ ਦਾ ਟਾਈਮ ਉਹਦਾ ਦੱਸਿਆ ਜਾ ਰਿਹਾ। ਉਸ ਦੀ ਮੌਤ ਤੋਂ ਐਗਜ਼ੈਕਟ 24 ਘੰਟੇ ਬਾਅਦ ਜਿਹੜਾ ਉਸ ਬੰਦੇ ਦਾ ਵਿਆਹ ਸੀਗਾ। ਸ਼ਾਇਦ ਉਸ ਬੰਦੇ ਦਾ ਵਿਆਹ ਰਾਤ ਦਾ ਸੀਗਾ, ਪਰ 5 ਬੰਦਿਆਂ ਦਾ ਐਕਸੀਡੈਂਟ ਹੋਇਆ, ਜਿਨ੍ਹਾਂ ਦੇ ਵਿੱਚ ਮੌਤ ਸਿਰਫ ਉਹਦੀ ਹੋਈ ਹੈ ਜਿਸ ਦਾ ਅੱਜ ਵਿਆਹ ਸੀ। ਅਤੇ ਬਾਕੀ ਜਿਹੜੇ ਨਾਲ ਦੇ ਬੰਦੇ ਆ, ਦੂਸਰੀ ਜਿਹੜੀ ਗੱਡੀ ਟੱਕਰ ਹੋਈ, ਐਕਸੀਡੈਂਟ ਹੋਇਆ, ਉਹ ਜ਼ਿਆਦਾ ਫੱਟੜ ਨੇ, ਥੋੜ੍ਹੇ ਗੰਭੀਰ ਨੇ। ਪਰ ਜਿਹੜੀ ਉਹਦੀ ਲਾੜੀ ਸੀ, ਜਿਹੜੀ ਉਹਦੀ ਵਾਈਫ ਅੱਜ ਉਹਨੂੰ ਉਡੀਕ ਰਹੀ ਸੀ, ਅਤੇ ਉਹ ਬੰਦਾ ਉੱਥੇ ਨਹੀਂ ਪਹੁੰਚਿਆ। ਅਤੇ ਬਾਅਦ ਵਿੱਚ ਸਿਰਫ ਉਹਦੀ ਖਬਰ ਹੀ ਪਹੁੰਚੀ ਹੈ ਕਿ ਇੱਕ ਕਾਰ ਐਕਸੀਡੈਂਟ ਦੇ ਵਿੱਚ ਉਸ ਬੰਦੇ ਦੀ ਮੌਤ ਹੋ ਗਈ ਹੈ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਮਾਰਾਨੋ ਵਿਚੈਂਤੀਨੋ ਦੀ ਜੇ ਗੱਲ ਕਰੀਏ, ਵਿਚੈਂਸਾ ਦੇ ਵਿੱਚ ਪਿੰਡ ਦਾ ਨਾਮ ਆ ਮਾਰਾਨੋ। ਉੱਥੇ ਦੋ ਆਪਸੀ ਗੁਆਂਢੀਆਂ ਦੀ ਲੜਾਈ ਹੋ ਜਾਂਦੀ ਹੈ। ਲੜਾਈ ਦੇ ਵਿੱਚ ਕੁਛ ਇੱਦਾਂ ਦੀ ਗੱਲਬਾਤ ਹੋ ਜਾਂਦੀ ਹੈ, ਪਤਾ ਨਹੀਂ ਕਿਸੇ ਨੇ ਇੱਕ ਦੂਜੇ ਨੂੰ ਕੀ ਕਿਹਾ। ਉਮਰ 67 ਸਾਲ, ਲੜਾਈ ਹੁੰਦੀ ਹੈ ਜੀ। ਆਪਣਾ ਹਥਿਆਰ ਚੱਕਦਾ, ਆਪਣੀ ਪਿਸਤੌਲ ਚੱਕਦਾ ਅਤੇ ਗੋਲੀ ਮਾਰ ਦਿੰਦਾ।
ਤੇ ਉਸ ਤੋਂ ਬਾਅਦ ਆਂਢ ਗੁਆਂਢ ਦੇ ਪੁਲਿਸ ਨੂੰ ਬੁਲਾਉਂਦੇ, ਆਂਢ ਗੁਆਂਢ ਦੇ ਐਂਬੂਲੈਂਸਾਂ ਨੂੰ ਬੁਲਾਉਂਦੇ, ਪਰ ਜਿੰਨੇ ਟਾਈਮ 'ਚ ਪੁਲਿਸ ਪਹੁੰਚਦੀ ਆ, ਜਿੰਨੇ ਟਾਈਮ 'ਚ ਐਂਬੂਲੈਂਸ ਪਹੁੰਚਦੀ ਆ, ਉਨੇ ਟਾਈਮ ਦੇ ਵਿੱਚ ਉਸ ਬੰਦੇ ਦੀ ਮੌਤ ਹੋ ਜਾਂਦੀ ਹੈ ਜੀ। ਅੱਜ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਇੱਕ ਗੁੱਡ ਨਿਊਜ਼ ਦਿੱਤੀ ਸੀ ਕਿ ਇੰਡੀਆ ਦੇ ਵਿੱਚ ਜਿਹੜੀਆਂ ਐਕਸਪਾਇਰ ਹੋ ਰਹੀਆਂ ਡੇਟਾ, ਉਹਨਾਂ ਦੀ ਜਿਹੜੀ ਮਿਆਦ ਆ ਐਕਸਪਾਇਰ ਡੇਟਾ 30 ਅਗਸਤ ਤੱਕ ਕਰ ਦਿੱਤੀ ਗਈ ਆ। ਇਸ ਟਾਈਮ ਇਹ ਜਿਹੜੀ ਡੇਟ ਆ ਜੀ ਇਟਲੀ ਦੇ ਕਿਸੇ ਵੀ ਆਫੀਸ਼ੀਅਲ ਪੇਜ ਦੇ ਉੱਤੇ ਨਹੀਂ ਆਈ, ਪਰ ਜੋ ਈਮੇਲ ਅਸੀਂ ਤੁਹਾਨੂੰ ਦਿਖਾਈ ਆ OGVFBFS ਜਿਹੜੇ ਵੀਜ਼ਾ ਵਾਲੇ ਹੁੰਦੇ ਆ ਉਹਨਾਂ ਨੇ ਭੇਜੀ ਸੀ, ਅਤੇ ਉਹਨਾਂ ਦੇ ਹਿਸਾਬ ਦੇ ਨਾਲ ਉਹ ਕਹਿ ਰਹੇ ਨੇ ਕਿ ਇਟਾਲੀਅਨ ਅੰਬੈਸੀ ਨੇ ਉਹਨਾਂ ਨੂੰ ਦੱਸਿਆ ਕਿ 30 ਅਗਸਤ ਤੱਕ ਉਹਨਾਂ ਦੀ ਜਿਹੜੀ ਕਰ ਦਿੱਤੀ ਗਈ ਆ, ਸਜੋਰ ਨੂੰ ਜਿਹੜੀਆਂ ਵਧਾ ਦਿੱਤੀਆਂ ਗਈਆਂ ਨੇ। ਪਰ ਜਿੱਦਾਂ ਹੀ ਇਟਲੀ ਦੇ ਵਿੱਚ ਵੀ ਆਪਣੇ ਕਿਸੇ ਪਾਸੇ ਛਪ ਕੇ ਆਉਂਦਾ ਤਾਂ ਇਹਦੇ ਬਾਰੇ ਵੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਜੀ। ਅਪਡੇਟ ਵੱਲ ਚੱਲਦੇ ਹਾਂ ਜੀ ਅੱਗੇ। ਇਹਨਾਂ ਦਿਨਾਂ ਦੇ ਵਿੱਚ ਹੁਣ ਜ਼ਿਆਦਾਤਰ ਅੰਡਰਲਾਈਨਡ ਉਹ ਬੰਦਿਆਂ ਨੂੰ ਕੀਤਾ ਜਾ ਰਿਹਾ ਜਿਨ੍ਹਾਂ ਬੰਦਿਆਂ 'ਤੇ ਵੈਕਸੀਨ ਨਹੀਂ ਲੱਗੀ। ਹੌਸਪੀਟਲ ਆ ਜੀ ਲੀਦੋ ਦੀ ਕਮਾਇਓਰੇ ਜਿਹੜਾ ਲੀਦੋ ਦੀ ਕਮਾਇਓਰੇ ਦੇ ਵਿੱਚ ਇੱਕ 29 ਸਾਲ ਦੀ ਕੁੜੀ ਪਹੁੰਚਦੀ ਆ ਜਿਹਦੇ ਵੈਕਸੀਨ ਨਹੀਂ ਲੱਗੀ, ਸੀਰੀਅਸ ਕੰਡੀਸ਼ਨ ਦੇ ਵਿੱਚ ਆਉਂਦੀ ਹੈ ਅਤੇ ਕੁਛ ਘੰਟਿਆਂ ਦੇ ਵਿੱਚ ਹੀ ਉਹਦੀ ਮੌਤ ਹੋ ਜਾਂਦੀ ਹੈ। ਅਤੇ ਦੱਸਿਆ ਜਾ ਰਿਹਾ ਕਿ ਹੁਣ ਇਸ ਟਾਈਮ ਜ਼ਿਆਦਾਤਰ ਸੀਰੀਅਸ ਕੰਡੀਸ਼ਨਾਂ ਦੇ ਵਿੱਚ ਜਾਣ ਵਾਲੇ ਜ਼ਿਆਦਾਤਰ ਜਿਨ੍ਹਾਂ ਦੀਆਂ ਮੌਤਾਂ ਹੋ ਰਹੀਆਂ ਉਹੀ ਨੇ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ। ਪਰ ਜੇ ਅਸੀਂ ਵੈਕਸੀਨ ਦੀ ਗੱਲ ਕਰੀਏ ਤਾਂ ਵੈਨੇਤੋ ਦੇ ਵਿੱਚ ਤਕਰੀਬਨ 17,500 ਓਪੇਰਾਤੋਰੀ ਸੈਨੀਟਾਰੀ ਓਪੇਰਾਤੋਰੀ ਸੈਨੀਟਾਰੀ ਹੌਸਪੀਟਲ ਦੇ ਮਹਿਕਮੇ ਦੇ ਵਿੱਚ ਕੰਮ ਕਰਨ ਵਾਲੇ, ਹੌਸਪੀਟਲਾਂ ਦੇ ਜਿਹੜੇ ਕੰਮ ਕਰਨ ਵਾਲੇ, ਇਹਨਾਂ ਦੇ ਵਿੱਚ ਹੋ ਸਕਦੇ ਆ ਡਾਕਟਰ, ਹੋ ਸਕਦੇ ਨਰਸਾਂ, ਹੋ ਸਕਦੇ ਕੰਪਾਊਂਡਰ, ਹੋ ਸਕਦੇ ਉੱਥੇ ਟੀਕੇ ਟੂਕੇ ਲਾਉਣ ਵਾਲੇ ਬੰਦੇ ਹੋ ਸਕਦੇ ਆ। ਇਹ ਉਹ ਬੰਦਾ ਜੀ ਜਿਨ੍ਹਾਂ ਨੇ ਹੁਣ ਤੱਕ ਵੈਕਸੀਨ ਦਾ ਇੱਕ ਵੀ ਡੋਜ਼ ਨਹੀਂ ਲਵਾਇਆ। ਜੇਕਰ ਪਿਛਲੇ ਹਫ਼ਤੇ ਦੀ ਗੱਲ ਕਰੀ ਤਾਂ 17,700 ਬੰਦਾ ਸੀ ਜਿਨ੍ਹਾਂ ਨੇ ਨਹੀਂ ਲਵਾਇਆ ਸੀ। ਇੱਕ ਹਫ਼ਤੇ ਦੇ ਵਿੱਚ 200 ਓਪੇਰਾਤੋਰੀ ਸੈਨੀਟਾਰੀ ਨੇ ਆਪਣੀ ਸਲਾਹ ਬਦਲ ਲਈ। ਕਿਉਂ ਬਦਲਣ ਦਾ ਕਾਰਨ ਇਹ ਹੈ ਜੀ ਕਿਉਂਕਿ ਉਹਨਾਂ ਨੂੰ ਕੰਮਾਂ ਤੋਂ ਕੱਢਿਆ ਜਾ ਰਿਹਾ, ਉਹਨਾਂ ਦੀਆਂ ਤਨਖਾਹਾਂ ਨੂੰ ਬੰਦ ਕੀਤਾ ਜਾ ਰਿਹਾ ਅਤੇ ਇਹੀ ਧਮਕੀ ਦਿੱਤੀ ਜਾ ਰਹੀ ਹੈ ਜੇ ਤੁਸੀਂ ਕੰਮ 'ਤੇ ਆਉਣਾ, ਤਨਖਾਹ ਲੈਣੀ ਆ ਤਾਂ ਤੁਹਾਨੂੰ ਵੈਕਸੀਨ ਲਵਾਉਣੀ ਪੈਣੀ ਆ, ਨਹੀਂ ਤੇ ਨਹੀਂ। ਦੁਪਹਿਰ ਦੀਆਂ ਖਬਰਾਂ ਜੇਕਰ ਤੁਸੀਂ ਨਹੀਂ ਸੁਣੀਆਂ ਤਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਹੁਣ ਫੈਕਟਰੀਆਂ ਦੇ ਵਿੱਚ ਵੀ ਜਿੱਥੇ ਕੰਟੀਨ ਹੁੰਦੀ ਹੈ ਉਹਦੇ ਵਿੱਚ ਜਾਣ ਦੇ ਲਈ ਵੀ ਤੁਹਾਡੇ ਕੋਲ ਗ੍ਰੀਨ ਪਾਸ ਜਿਹੜਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜੇਕਰ ਨਾ ਹੋਵੇ ਤਾਂ ਫਿਰ ਪ੍ਰੋਬਲਮ ਪੈ ਸਕਦੀ ਹੈ। ਪ੍ਰੋਬਲਮ ਮਤਲਬ ਤੁਹਾਨੂੰ ਐਂਟਰ ਨਹੀਂ ਹੋਣ ਦੇਣਾ। ਅਤੇ ਨਾਪੋਲੀ ਦੇ ਵਿੱਚ ਅੱਜ ਫਾਈਜ਼ਰ ਡੇ ਸੀਗਾ, ਓਪਨ ਫਾਈਜ਼ਰ ਡੇ ਆ, ਜਿਹਦੇ ਵਿੱਚ ਬਿਨਾਂ ਅਪੋਇੰਟਮੈਂਟ ਤੋਂ ਜਿਹੜੀ ਆ ਵੈਕਸੀਨ ਲੱਗ ਰਹੀ ਸੀ। ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਵੈਕਸੀਨ ਆ ਹੁਣ 20 ਤਰੀਕ ਨੂੰ 11 ਤੋਂ ਲੈ ਕੇ 5 ਵਜੇ ਤੱਕ, ਸਵੇਰ ਦੇ 11 ਤੋਂ ਲੈ ਕੇ 5 ਵਜੇ ਤੱਕ ਵੀ ਵੈਕਸੀਨ ਜਿਹੜੀ ਲੱਗੂਗੀ। ਅਤੇ ਹਰ ਜਿਹੜਾ ਬੰਦਾ ਵੈਕਸੀਨ ਲਵਾਊਗਾ ਉਹਨਾਂ ਨੂੰ ਇੱਕ ਕੌਫੀ ਅਤੇ ਇੱਕ ਆਈਸ ਕਰੀਮ ਫਰੀ ਦੇ ਵਿੱਚ ਵੰਡੀ ਜਾਊਗੀ ਜੀ। ਉਧਰ ਹੀ ਅਮਰੀਕਾ ਦੀ ਜੇ ਗੱਲ ਕਰੀਏ ਤਾਂ ਫਲੋਰੀਡਾ ਦੇ ਵਿੱਚ ਚਾਰ ਟੀਚਰ ਆਏ ਨੇ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ ਅਤੇ 24 ਘੰਟਿਆਂ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਅਤੇ ਇਹਨਾਂ ਦੀ ਜਿਹੜੀ ਏਜ ਦੱਸੀ ਜਾ ਰਹੀ ਹੈ ਤਕਰੀਬਨ 40 ਤੋਂ 50 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ ਜੀ। ਅਮਰੀਕਾ ਦੇ ਹੈਲਥ ਡਿਪਾਰਟਮੈਂਟ ਨੇ ਇੱਕ ਨਵਾਂ ਐਲਾਨ, ਨਵੀਂ ਖਤਰੇ ਦੀ ਘੰਟੀ ਲਾ ਦਿੱਤੀ ਹੈ ਜੀ। ਇੱਕ ਖਤਰੇ ਦਾ ਘੁੱਗੂ ਬੋਲ ਗਿਆ ਜੀ। ਦੱਸਿਆ ਜਾ ਰਿਹਾ ਕਿ ਅਮਰੀਕਾ ਦੇ ਵਿੱਚ 2 ਲੱਖ ਕੇਸ ਇੱਕ ਦਿਨ ਦੇ ਵਿੱਚ ਆਉਣਾ ਸ਼ੁਰੂ ਹੋ ਸਕਦਾ ਜੀ, ਕਿਉਂਕਿ ਉੱਥੇ ਨਵੀਆਂ ਲਹਿਰਾਂ ਅਸੀਂ ਕਹਿ ਸਕਦੇ ਹਾਂ ਕਿ ਆਉਣੀਆਂ ਸ਼ੁਰੂ ਹੋ ਗਈਆਂ ਨੇ। ਅਤੇ ਜਿੱਦਾਂ ਹੀ ਇੱਕ ਐਕਸਪਰਟ ਸੀਗਾ ਜਿਸ ਨੂੰ ਅਸੀਂ ਕਾਲੀ ਲੋਤਰੀ ਦਾ ਐਕਸਪਰਟ ਕਿਹਾ ਸੀ, ਜਿਹਨੇ ਇੰਗਲੈਂਡ ਦੇ ਵਿੱਚ ਕਿਹਾ ਸੀ ਕਿ ਤਕਰੀਬਨ 40-50 ਹਜ਼ਾਰ ਤੱਕ ਗਿਣਤੀ ਜਾਊਗੀ ਤਾਂ ਉੱਥੇ ਪਹੁੰਚੀ ਸੀ। ਅਤੇ ਜੇ ਇਸ ਬੰਦੇ ਨੇ 2 ਲੱਖ ਦਾ ਆਈਡੀਆ ਲਾਇਆ ਤਾਂ ਇਹਦਾ ਮਤਲਬ ਕਿ ਅਮਰੀਕਾ ਦੇ ਵਿੱਚ ਬਹੁਤ ਹੀ ਛੇਤੀ ਇੱਕ ਦਿਨ ਦੇ ਵਿੱਚ 2 ਲੱਖ ਕੇਸਾਂ ਦੀ ਗਿਣਤੀ ਰਜਿਸਟਰ ਹੋਣੀ ਸ਼ੁਰੂ ਹੋ ਜਾਣੀ ਹੈ ਜੀ। ਅਗਲੀ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਜੋ ਅਪਡੇਟ ਆ ਰਿਹਾ ਜੀ ਆਪਣਾ, ਇਟਲੀ ਦੇ ਸਿਰ ਕਰਜ਼ਾ ਕਿੰਨਾ ਜੀ। ਇਟਲੀ ਦੇ ਸਿਰ 9200 ਕਰੋੜ ਇੱਕ ਮਹੀਨੇ ਤੋਂ ਪਹਿਲਾਂ ਜਿੰਨਾ ਕਰਜ਼ਾ ਇਟਲੀ ਦੇ ਸਿਰ ਪਿਛਲੇ ਮਹੀਨੇ ਸੀਗਾ, ਉਸ ਤੋਂ ਇਸ ਮਹੀਨੇ ਦੇ ਵਿੱਚ 9200 ਕਰੋੜ ਇਟਲੀ ਸਿਰ ਹੋਰ ਕਰਜ਼ਾ ਚੜ੍ਹ ਗਿਆ ਜੀ। ਇਹ ਜਿਹੜਾ ਕਰਜ਼ਾ ਇਟਲੀ ਦੀ ਜਿਹੜੀ ਬੈਂਕ ਆ ਇਟਾਲੀਆ, ਜਿਨ੍ਹਾਂ ਨੇ ਫਾਈਨੈਂਸ ਜਿਹੜੀ ਇਹਨੇ ਰਿਪੋਰਟ ਦਿੰਦੇ ਹੁੰਦੇ ਉਹਦੇ ਵਿੱਚ ਦੱਸਿਆ ਗਿਆ। ਪਰ ਜੇ ਅਸੀਂ ਟੋਟਲ ਗੱਲ ਕਰੀਏ ਕਿ ਇਟਲੀ ਦੇ ਸਿਰ ਖਰਚਾ ਕਿੰਨਾ ਆ ਤਾਂ ਫਿਰ ਸੁਣੋ ਜੀ, ਇਟਲੀ ਦੇ ਸਿਰ ਜਿਹੜਾ ਟੋਟਲ ਕਰਜ਼ਾ ਉਹ ਆ ਜੀ 2,69,620 ਕਰੋੜ ਐਰੋ ਦਾ ਇਟਲੀ ਸਿਰ ਖਰਚਾ। ਅਤੇ ਜੇ ਇਟਲੀ ਦੀ ਪੋਪੂਲੇਸ਼ਨ ਦੀ ਗੱਲ ਕਰੀ ਤਾਂ 2021 ਦੇ ਵਿੱਚ 5 ਕਰੋੜ 92 ਲੱਖ 58 ਹਜ਼ਾਰ ਇਟਲੀ ਦੇ ਵਿੱਚ ਜਿਹੜੀ ਟੋਟਲ ਪੋਪੂਲੇਸ਼ਨ ਸੀ। ਅਤੇ ਜੇ ਇਸ ਨੂੰ ਅਸੀਂ ਡਿਵਾਈਡ ਕਰੀਏ ਤਾਂ ਹਰ ਇੱਕ ਬੱਚਾ ਇਟਲੀ ਦੇ ਵਿੱਚ ਜਿਹੜਾ ਜਨਮ ਰਿਹਾ ਇਸ ਟਾਈਮ, ਜੇ ਜੰਮ ਰਿਹਾ ਸੀ 2021 ਤੱਕ, ਤਾਂ ਉਹਦੇ ਸਿਰ 45,500 ਦਾ ਕਰਜ਼ਾ ਲੈ ਕੇ ਜੰਮ ਰਿਹਾ। ਕਹਿਣ ਦਾ ਮਤਲਬ ਹੁਣ ਵੀ ਇਸ ਸਾਲ ਜੇਕਰ ਜਿਹੜਾ ਵੀ ਬੱਚੇ ਇਟਲੀ ਦੇ ਵਿੱਚ ਜੰਮ ਰਹੇ ਨੇ ਤਾਂ ਉਹਨਾਂ ਦੇ ਸਿਰ ਘੱਟ ਤੋਂ ਘੱਟ 35 ਤੋਂ 40 ਹਜ਼ਾਰ ਐਰੋ ਦਾ
ਕਰਜ਼ਾ ਆ ਜੀ, ਜਿੰਨਾ ਇਟਲੀ ਦੇ ਚੜ੍ਹਦੇ ਆ। ਅਤੇ ਇਟਲੀ ਦੇ ਸਿਰ ਜਿਹੜਾ ਕਰਜ਼ਾ ਹਰ ਮਹੀਨੇ ਤਕਰੀਬਨ ਕਰੋੜਾਂ ਦੇ ਹਿਸਾਬ ਨਾਲ ਚੜ੍ਹ ਰਿਹਾ ਜੀ। ਕਾਰਨ ਹੈ ਜੀ ਸਭ ਤੋਂ ਵੱਡਾ ਕੋਵਿਡ, ਜਿਹਨੇ ਆਰਥਿਕ ਸਥਿਤੀ ਸਾਰਿਆਂ ਦੇਸ਼ਾਂ ਦੀ ਖਰਾਬ ਕਰ ਦਿੱਤੀ ਹੈ। ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ, ਲੇਗਾ ਜਿਹੜਾ ਸਲਵੀਨੀ ਦੀ ਪਾਰਟੀ ਹੈ ਜੀ, ਇਹਨਾਂ ਨੇ ਆਪਣਾ ਪਬਲਿਸਿਟੀ ਸਟੰਟ ਖੇਡਿਆ, ਪਰ ਇਹਨਾਂ ਦਾ ਜਿਹੜਾ ਸਟੰਟ ਮਹਿੰਗਾ ਪੈ ਗਿਆ। ਜਿਹੜਾ ਮਾਰੇ ਅਸੀਂ ਕਹਿੰਦੇ ਹਾਂ ਜੀ, ਸਮੁੰਦਰ ਦੇ ਸਪਿਆਜੇ ਆ, ਜਿਹੜੇ ਸਮੁੰਦਰਾਂ ਦੇ ਕੰਢੇ ਆ ਜੀ, ਇਹਨਾਂ ਦੇ ਉੱਤੇ ਲੋਕੀ ਛੁੱਟੀਆਂ ਮਨਾਉਣ ਜਾ ਰਹੇ ਸਨ, ਪਰ ਕਲਾਬਰੀਆ ਦੇ ਵਿੱਚ ਹੈਲੀਕਾਪਟਰਾਂ 'ਤੇ ਨੰਗੇ ਲੋਕ ਅਤੇ ਉਹਨਾਂ ਨੇ ਮਾਸਕ ਵੰਡੇ। ਮਤਲਬ ਕਿ ਉੱਤੋਂ ਹਵਾ ਦੇ ਵਿੱਚੋਂ ਪਲਾਸਟਿਕਾਂ ਦੇ ਡੱਬਿਆਂ ਦੇ ਵਿੱਚ, ਪਲਾਸਟਿਕਾਂ ਦੇ ਸ਼ੀਸ਼ਿਆਂ ਦੇ ਵਿੱਚ ਜਿਹੜੇ ਮਾਸਕ ਡਿੱਗੇ ਅਤੇ ਉਹਨਾਂ ਦੇ ਉੱਤੇ ਲੇਗਾ ਸਲਵੀਨੀ ਲਿਖਿਆ ਹੋਇਆ ਸੀ। ਇੱਕ ਕਿਸਮ ਨਾਲ ਉਹਨਾਂ ਨੇ ਆਪਣੇ ਉੱਤੇ ਲਿਖਿਆ ਉਹ ਮੱਝ ਜੋ ਫਰੀ ਦੇ ਵਿੱਚ ਸਲਵੀਨੀ ਵੱਲੋਂ ਤੁਹਾਨੂੰ ਮਾਸਕ ਦਿੱਤੇ ਜਾ ਰਹੇ ਨੇ। ਪਰ ਇਸ ਗੱਲ ਨੂੰ ਵੀ ਚੱਕ ਲਿਆ, ਜਿਨ੍ਹਾਂ ਨੇ ਚੱਕਣਾ ਕਹਿ ਰਹੇ ਨੇ ਕਿ ਪਲਾਸਟਿਕ ਬਹੁਤ ਹੀ ਜ਼ਿਆਦਾ ਵੇਸਟ ਕੀਤੀ ਹੈ। ਅੱਧਿਆਂ ਤੋਂ ਵੱਧ ਲੋਕਾਂ ਨੇ ਪਲਾਸਟਿਕ ਦੇ ਵਿੱਚ ਜਿਹੜੇ ਮਾਸਕ ਸੀ ਉਹਨਾਂ ਨੂੰ ਚੱਕਿਆ ਹੀ ਨਹੀਂ, ਕਿਉਂਕਿ ਉਹ ਡਰ ਰਹੇ ਸੀ ਕਿ ਸ਼ਾਇਦ ਇਹਨਾਂ ਦੇ ਵਿੱਚ ਵੀ ਕੋਈ ਪ੍ਰੋਬਲਮ ਨਾ ਹੋਵੇ। ਮਤਲਬ ਕਿ ਕਿਤੇ ਇੱਦਾਂ ਤਾਂ ਨਹੀਂ ਕਿ ਇਹਨਾਂ ਨੂੰ ਸੈਨੀਟਾਈਜ਼ ਨਹੀਂ ਕੀਤਾ ਗਿਆ। ਅਤੇ ਹਜ਼ਾਰਾਂ ਦੀ ਗਿਣਤੀ ਦੇ ਹਿਸਾਬ ਨਾਲ, ਪਤਾ ਨਹੀਂ ਕਿੰਨੇ ਕੁ ਟੰਨਾਂ ਦੇ ਹਿਸਾਬ ਨਾਲ ਜਿਹੜੇ ਬੂਸ 'ਤੇ ਆ, ਜਿਹੜੇ ਇਹਨਾਂ ਨੇ ਸਿੱਟੇ ਹੀ ਪਲਾਸਟਿਕ ਵਾਲੇ, ਜਿਹੜੇ ਮਾਰਿਆਂ ਦੇ ਵਿੱਚ ਸਮੁੰਦਰ ਦੇ ਵਿੱਚ ਉਹ ਰੁੜ ਗਏ, ਕਿਉਂਕਿ ਲੋਕਾਂ ਨੇ ਚੱਕੇ ਨਹੀਂ। ਅਤੇ ਇਸ ਕਾਰਨ ਇਹਨਾਂ ਦਾ ਜਿਹੜਾ ਪਬਲਿਸਿਟੀ ਸਟੰਟ ਆ, ਹੁਣ ਇਹਨਾਂ ਦੇ ਸਿਰ ਖਰਚੇ ਦਾ, ਨਾ ਸਿਰ ਜੁਰਮਾਨੇ ਦਾ ਸਟੰਟ ਪੈ ਸਕਦਾ, ਕਿਉਂਕਿ ਇਹ ਸਾਰੀ ਵੇਸਟੇਜ ਹੁਣ ਜਿਹੜੀ ਸਮੁੰਦਰ ਦੇ ਵਿੱਚ ਚਲੀ ਗਈ ਹੈ ਜੀ। ਅਗਲੀ ਅਪਡੇਟ ਵੱਲ ਚੱਲਦੇ ਹਾਂ ਜੀ। ਅਤੇ 2 ਹਫ਼ਤਿਆਂ ਦਾ ਜਿਹੜਾ ਲੋਕਡਾਊਨ ਹੋਰ ਲੱਗ ਗਿਆ ਜੀ ਮੈਲਬੌਰਨ ਦੇ ਵਿੱਚ। ਰਾਤ ਦੇ 9 ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਲੋਕਡਾਊਨ ਕੋਪਰੀ ਫੋਕ, ਜਿਹਨੂੰ ਅਸੀਂ ਕਰਫਿਊ ਕਹਿੰਦੇ ਹਾਂ। ਅਤੇ ਇਹ ਲੱਗਣ ਦਾ ਕਾਰਨ ਇਹ ਹੈ ਜੀ, ਉੱਥੇ ਦੇ ਜਿਹੜੇ ਪ੍ਰੀਮੀਅਰ, ਉੱਥੇ ਜਿਹੜੇ ਪ੍ਰਧਾਨ ਮੰਤਰੀ, ਉਹਨਾਂ ਨੇ ਦੱਸਿਆ, ਦਾਨੀਅਲ ਐਂਦਰਿਊਸ ਕਹਿ ਰਹੇ ਨੇ ਕਿ ਕਰਫਿਊ ਲਾਉਣ ਦੀ ਵਜ੍ਹਾ ਜੀ ਉਹ ਲੋਕ ਜਿਹੜੇ ਬੰਦੇ ਸਰਕਾਰ ਵੱਲੋਂ ਨਿਯਮਿਤ ਕੀਤੇ ਕਾਨੂੰਨਾਂ ਦੀ ਆਗਿਆ ਨਹੀਂ ਕਰਦੇ। ਅਤੇ ਇਟਲੀ ਦੇ ਵਿੱਚ ਮੁੜ ਕੇ ਆਉਣਾ ਜੀ, ਇਟਲੀ ਦੇ ਵਿੱਚ 12 ਜਰਮਨ ਤੋਂ ਆਏ ਟੂਰਿਸਟ ਜੀ ਪੋਜ਼ੀਟਿਵ ਪਾਏ ਗਏ ਨੇ। ਪਲੈਰਮੋ ਦੇ ਜਿਹੜੇ ਕਮੂਨੇ ਆ ਜੀ, ਉਹਨਾਂ ਨੇ ਆਪਣੇ ਕੰਟਰੀ ਸਿਰਫ ਅਤੇ ਸਿਰਫ ਕੋਵਿਡ ਦੇ, ਜਿਨ੍ਹਾਂ ਦੇ ਕੋਲ ਗਰੀਨ ਪਾਸ ਆ, ਜਿਨ੍ਹਾਂ ਦੇ ਕੋਵਿਡ ਦੇ ਟੀਕੇ ਲੱਗੇ ਆ, ਉਹਨਾਂ ਦੇ ਲਈ ਹੀ ਕਰ ਦਿੱਤੀ ਆ। ਅਤੇ ਅਸੀਂ ਕੀ ਕਹਿ ਰਹੇ ਹਾਂ, ਅਸੀਂ ਇਹ ਕਹਿ ਰਹੇ ਹਾਂ ਜੇਕਰ ਇਟਲੀ ਦੇ ਵਿੱਚ ਇੱਕ ਕਮੂਨੇ ਨੇ ਇਹ ਕਰ ਦਿੱਤਾ ਤਾਂ ਫਿਰ ਹੋ ਸਕਦਾ ਕਿ ਹੌਲੀ ਹੌਲੀ ਸਾਰੇ ਕਮੂਨੇ ਵੀ ਇਹ ਕੰਮ ਕਰਨਾ ਸ਼ੁਰੂ ਕਰ ਸਕਦੇ ਆ ਜੀ। ਅਤੇ ਇਹਦੇ ਨਾਲ ਜੋ ਸਾਡੀਆਂ ਅੱਜ ਦੀਆਂ ਖਬਰਾਂ ਨੇ ਇੱਥੇ ਹੀ ਖਤਮ ਹੁੰਦੀਆਂ ਨੇ ਜੀ। ਮਿਲਾਂਗੇ ਅਸੀਂ ਆਪਣੇ ਅਗਲੇ ਅਪਡੇਟ ਦੇ ਵਿੱਚ। ਉਨਾ ਟਾਈਮ ਅੱਛਾ ਜੀ, ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ। ਪਰ ਪੋਸਟ 'ਤੇ ਤਲੇ ਆਉਣ ਵਾਲੇ 100 ਯੂਰੋ ਰਿਗਾਲੋ ਦੇ ਰਹੇ ਨੇ ਜੀ। ਇੱਕ ਹੋਰ ਖਬਰ, 100 ਯੂਰੋ ਤੁਹਾਡੇ ਕੋਲ ਜੇਕਰ ਪੋਸਟ ਪੇ ਹੈਗਾ ਅਤੇ ਤੁਹਾਨੂੰ ਵੀ 100 ਯੂਰੋ ਦਾ ਹੀ ਡਿਸਕਾਊਂਟ ਮਿਲ ਸਕਦਾ ਜੀ ਪੋਸਟ ਪੇ। ਅੱਛਾ, ਇਹ ਜਿਹੜਾ ਡਿਸਕਾਊਂਟ ਮਿਲ ਰਿਹਾ ਕਿੱਦਾਂ ਮਿਲ ਰਿਹਾ ਜੀ? ਇਹ ਮਿਲ ਰਿਹਾ ਜੇਕਰ ਤੁਸੀਂ ਜਿੰਨਾ ਅਗਸਤ ਦੇ ਵਿੱਚ ਘੁੰਮੋਗੇ ਉਨੇ ਹੀ ਤੁਹਾਡੇ ਜੇਬ ਦੇ ਵਿੱਚ 100 ਯੂਰੋ ਆਉਣ ਦੇ ਚਾਂਸ ਨੇ। ਕਿੱਦਾਂ? ਜੇਕਰ ਤੁਸੀਂ 100 ਯੂਰੋ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸਭ ਤੋਂ ਪਹਿਲਾਂ ਪੋਸਟ ਪੇ ਹੋਣਾ ਚਾਹੀਦਾ। ਦੂਸਰੇ ਨੰਬਰ 'ਤੇ ਤੁਹਾਡੇ ਕੋਲ ਪੋਸਟ ਪੇ ਦੀ ਐਪਲੀਕੇਸ਼ਨ ਹੋਣੀ ਚਾਹੀਦੀ ਆ। ਤੁਸੀਂ ਜਿੱਥੇ ਵੀ ਘੁੰਮੋ, ਜਿੱਥੇ ਵੀ ਫਿਰੋ ਅਗਸਤ ਦੇ ਮਹੀਨੇ ਦੇ ਵਿੱਚ, ਜੇਕਰ ਤੁਸੀਂ ਇਹਨੀ ਵਾਲਿਆਂ ਦੇ ਕੋਲੋਂ ਹੀ ਤੇਲ ਪਵਾਓਗੇ ਅਤੇ ਜਿਹੜਾ ਪੈਸਾ ਆ ਉਹ ਆਪਣੇ ਪੋਸਟ ਪੇ ਰਾਹੀਂ ਦਓਗੇ, ਪਾਗਾ ਫੋਨ ਪੋਸਟ ਪੇ ਕਰਕੇ, ਅਤੇ ਉਹਦੇ ਨਾਲ ਜੇਕਰ ਤੁਸੀਂ ਕਰਦੇ ਆ ਤਾਂ ਤੁਹਾਨੂੰ 10 ਤੋਂ 12% ਡਿਸਕਾਊਂਟ ਮਿਲਣਾ, ਪੈਸੇ ਵਾਪਸ ਆਉਣੇ ਆ। ਵੱਧ ਤੋਂ ਵੱਧ ਤੁਹਾਨੂੰ ਜਿਹੜਾ 100 ਯੂਰੋ ਵਾਪਸ ਆ ਸਕਦਾ। ਮਤਲਬ ਕਿ ਤੁਸੀਂ 1000 ਯੂਰੋ ਦਾ ਘੁੰਮੋਗੇ ਤਾਂ ਤੁਹਾਨੂੰ ਤਕਰੀਬਨ 100 ਯੂਰੋ ਵਾਪਸ ਆ ਜਾਣਾ। ਹੁਣ ਤੁਸੀਂ ਇਹ ਸੋਚੋ, ਤੁਸੀਂ 100 ਯੂਰੋ ਲੈਣਾ ਕਿ ਆਪਣਾ 1000 ਯੂਰੋ ਬਚਾਉਣਾ, ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਪਰ ਜੇ ਤੁਸੀਂ ਘੁੰਮਣ ਫਿਰਨ ਵਾਲੇ ਹੋ ਤਾਂ ਫਿਰ ਕਿਉਂ ਨਹੀਂ ਬਚਾਉਣਾ ਇਹ 100 ਯੂਰੋ ਸਿਰਫ ਪੋਸਟ ਪੇ ਦੇ ਨਾਲ, ਪੇ ਕਰਨ ਦੇ ਨਾਲ। ਮਿਲਦੇ ਹਾਂ ਜੀ ਨੈਕਸਟ ਅਪਡੇਟ ਦੇ ਵਿੱਚ। ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।